ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1734 ਚ ਮਾਤਾ ਸਾਹਿਬ ਕੌਰ ਜੀ ਦਾ ਇੱਕ ਹੁਕਮਨਾਮਾ ਅੱਜ ਦੇ ਦਿਨ ਦਾ ਭਾਈ ਮਨੀ ਸਿੰਘ ਜੀ ਜਿਹੜੇ ਗ੍ਰੰਥੀ ਸਨ ਹਰਮੰਦਰ ਸਾਹਿਬ ਦੇ, ਮਾਤਾ ਸੁੰਦਰੀ ਜੀ ਨੇ ਉਹਨਾਂ ਨੂੰ ਅਪਾਇੰਟ ਕੀਤਾ ਸੀ ਜਾਂ ਭੇਜਿਆ ਸੀ, ਉਹ ਲਿਖਿਆ ਮਿਲਦਾ ਇਤਿਹਾਸ ਜੀ। 1920 ਦੇ ਵਿੱਚ ਜਦੋਂ ਸਾਕਾ ਨਨਕਾਣਾ ਸਾਹਿਬ ਹੋਇਆ ਔਰ ਅਸੀਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਇੱਕ ਜਾਗਰਤੀ ਆਈ, ਥਾਂ ਥਾਂ ਅਕਾਲੀ ਜਥੇ ਬਣਨੇ ਸ਼ੁਰੂ ਹੋਏ ਔਰ ਅਕਾਲੀ ਦਲ ਦਾ ਜਨਮ ਐਕਚੁਅਲੀ ਉਸ ਦੌਰ ਦੇ ਵਿੱਚ ਹੀ ਹੁੰਦਾ ਹੈ। ਔਰ ਪ੍ਰਮੁੱਖ ਸ਼ਖਸੀਅਤਾਂ ਜਿਨ੍ਹਾਂ ਨੇ ਅਕਾਲੀ ਦਲ ਆ ਜਿਹੜਾ ਬਿਲਕੁਲ ਅਕਾਲੀ ਦਲ ਬਣ ਗਿਆ ਜਾਂ RSS ਦਾ ਪਿਛਲਾ ਗਿਆ, ਪਰ ਕਦੇ ਇਸ ਦੀ ਨੀਂਹ ਰੱਖਣ ਲਈ ਇਹ ਦਲੇਰ ਯੋਧੇ ਜਿਨ੍ਹਾਂ ਦੇ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ, ਜਥੇਦਾਰ ਸਰਮੁਖ ਸਿੰਘ, ਜਥੇਦਾਰ ਤੇਜਾ ਸਿੰਘ ਪੁੱਚਰ, ਜਥੇਦਾਰ ਸੰਗਤ ਸਿੰਘ ਵਰਗੇ ਜਿਹੜੇ ਨੇ ਬਿਗਨਰ ਸੀ ਜਿਨ੍ਹਾਂ ਨੇ ਇਸ ਦੀ ਨੀਂਹ ਰੱਖੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1853 ਚ ਅਮਰੀਕਾ ਨੇ $10 ਮਿਲੀਅਨ ਦੇ ਵਿੱਚ ਅੱਜ ਜਿਹੜੀ ਨਿਊ ਮੈਕਸੀਕੋ ਸਟੇਟ ਹੈ ਔਰ ਸਾਊਥ ਅਰੀਜ਼ੋਨਾ ਹੈ, ਇਹ ਮੈਕਸੀਕੋ ਤੋਂ ਖਰੀਦਿਆ। 1887 ਦੇ ਵਿੱਚ 10 ਲੱਖ ਔਰਤਾਂ ਨੇ ਇੱਕ ਪਟੀਸ਼ਨ ਰਾਣੀ ਜਿਹੜੀ ਹੈ ਵਿਕਟੋਰੀਆ ਨੂੰ ਲਿਖੀ ਕਿ ਸੰਡੇ ਵਾਲੇ ਦਿਨ ਸਾਰੇ ਪੱਬ, ਕਿਉਂਕਿ ਉੱਥੇ ਜਿੱਥੇ ਸ਼ਰਾਬ ਮਿਲਦੇ ਉਹਨੂੰ ਪੱਬ ਕਹਿੰਦੇ ਨੇ, ਇੱਥੇ ਲਿਕਰ ਸ਼ਾਪ ਕਹਿੰਦੇ ਨੇ ਜੀ, ਪੱਬ ਔਰ ਜਿਹੜੇ ਦੂਜੇ ਪਬਲਿਕ ਅਦਾਰੇ ਨੇ ਬੰਦ ਰੱਖੇ ਜਾਣ ਤਾਂ ਕਿ ਸਾਡੇ ਮਰਦ ਸਾਡੇ ਘਰ ਬੈਠਿਆ ਕਰਨ। ਵੀ 7 ਦਿਨ ਵੈਸੇ ਕੰਮ ਕਰਦੇ ਨੇ, 6 ਦਿਨ ਤੇ 7ਵੇਂ ਦਿਨ ਉੱਥੇ। ਉਸ 10 ਲੱਖ ਬੀਬੀਆਂ ਨੇ ਕਿਹਾ ਵੀ ਘਰ ਬੈਠਣ, ਪਰ ਬੈਠੇ ਨਹੀਂ ਹੋਣੇ ਵੈਸੇ ਘਰ। 1906 ਦੇ ਵਿੱਚ ਅੱਜ ਦੇ ਦਿਨ ਢਾਕਾ 'ਚ ਜਿਹੜਾ ਉਦੋਂ ਬੰਗਾਲ ਦਾ ਹਿੱਸਾ ਸੀ, ਅੱਜ ਬੰਗਲਾਦੇਸ਼ ਦੀ ਰਾਜਧਾਨੀ ਹੈ, ਮੁਸਲਿਮ ਲੀਗ ਦੀ ਨੀਂਹ ਰੱਖੀ। ਸ਼ੁਰੂਆਤ ਹੋਈ ਮੁਸਲਿਮ ਲੀਗ ਦੀ, ਸੋ ਬੰਗਾਲੀਆਂ ਨੇ ਬਣਾਈ ਹੈ ਮੁਸਲਿਮ ਲੀਗ। 1941 ਦੇ ਵਿੱਚ ਅੱਜ ਦੇ ਦਿਨ ਵਿੰਸਟਨ ਚਰਚਲ ਨੇ ਕੈਨੇਡਾ ਦੀ ਪਾਰਲੀਮੈਂਟ ਨੂੰ ਐਡਰੈਸ ਕੀਤਾ। 1943 ਚ ਅੰਡੇਮਾਨ ਨਿਕੋਬਾਰ ਜਿਹੜੇ ਟਾਪੂ ਸੀ ਉਹਨਾਂ ਦੇ ਉੱਤੇ ਜਾਪਾਨੀਆਂ ਦਾ ਕਬਜ਼ਾ ਹੋਇਆ ਔਰ ਆਜ਼ਾਦ ਹਿੰਦ ਫੌਜ ਜਿਹੜੀ ਜਨਰਲ ਮੋਹਨ ਸਿੰਘ ਨੇ ਬਣਾਈ, ਸੁਭਾਸ਼ ਚੰਦਰ ਬੋਸ ਲੀਡਰ ਦੇ ਤੌਰ ਤੇ ਉਹਨੇ ਟੇਕ ਓਵਰ ਕੀਤਾ ਸੀ। ਸੋ ਇਹ ਉਧਰੋਂ ਜਿਹੜਾ ਅੰਡੇਮਾਨ ਨਿਕੋਬਾਰ ਦੇ ਉੱਤੇ ਕਬਜ਼ੇ ਨਾਲ ਬਹੁਤਿਆਂ ਨੂੰ ਹੋਪ ਲੱਗੀ ਕਿ ਬਈ ਹੁਣ ਜਾਪਾਨੀ ਭਾਰਤ ਤੇ ਵੀ ਕਬਜ਼ਾ ਕਰਨਗੇ ਔਰ ਭਾਰਤ ਨੂੰ ਆਜ਼ਾਦੀ ਦੇਣਗੇ। ਹਾਲਾਂਕਿ ਸੁਭਾਸ਼ ਚੰਦਰ ਬੋਸ ਨੂੰ ਅਸੀਂ ਵੀ ਐਡਮਾਇਰ ਕਰਦੇ ਹਾਂ, ਪਰ ਅਸੀਂ ਸਮਝਦੇ ਹਾਂ ਵੀ ਈਵਨ ਜਰਮਨ ਔਰ ਜਾਪਾਨ ਦੇ ਨਾਲ ਹੱਥ ਜੁਆਇਨ ਕਰਨਾ ਔਰ ਜਿੱਦਾਂ ਦੇ ਜਾਪਾਨੀਆਂ ਦੇ ਜ਼ੁਲਮ ਹੋਏ, ਫਿਰ ਤੁਸੀਂ ਅੰਡੇਮਾਨ ਨਿਕੋਬਾਰ ਦੇ ਹਵਾਲੇ ਨਾਲ ਦੇਖੋ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਲਿਟਰੇਚਰ ਦੇ, ਉਹ ਪ੍ਰਧਾਨ ਸੀ ਪੋਰਟ ਬਲੇਅਰ ਗੁਰਦੁਆਰਾ ਜਿਹੜਾ ਉਹਨਾਂ ਨੇ ਬਣਵਾਇਆ ਸੀ। ਉਹਨਾਂ ਨੂੰ ਜਾਪਾਨੀਆਂ ਨੇ ਬਹੁਤ ਟਾਰਚਰ ਕਰਕੇ ਮਾਰਿਆ ਔਰ ਉਹਨਾਂ ਨੇ ਪ੍ਰੋਟੈਸਟ ਇਸ ਲਈ ਕੀਤਾ, ਮਾਰਿਆ ਉਹਨਾਂ ਨੂੰ ਇਸ ਲਈ ਕਿ ਜਾਪਾਨੀ ਜਿਹੜੇ ਨੇ ਉਸ ਗੁਰਦੁਆਰੇ ਦੇ ਹਾਲ ਨੂੰ ਔਰਤਾਂ ਨਾਲ ਬਦਫੈਲੀ ਲਈ ਇਸਤੇਮਾਲ ਕਰ ਰਹੇ ਸੀ ਜਿਹੜੇ ਜਦੋਂ ਉਹਨਾਂ ਨੇ ਕਬਜ਼ਾ ਕੀਤਾ। ਸੋ ਜੇ ਕਿਤੇ ਜਾਪਾਨੀਆਂ ਦੇ ਹੱਥੇ ਆ ਜਾਂਦਾ ਇੰਡੀਆ, ਅੰਗਰੇਜ਼ ਤਾਂ ਫਿਰ ਕਿਸੇ ਹੱਦ ਤੱਕ ਮਾੜੇ ਮੋਟੇ ਸਿਵਲਾਈਜ਼ ਰਹੇ ਹੋਣਗੇ, ਫਿਰ ਜੋ ਹਸ਼ਰ ਹੋਣਾ ਸੀ ਉਹ ਸਾਹਮਣੇ ਆ ਜਾਣਾ ਸੀ, ਜੋ ਕੁਛ ਉਹਨਾਂ ਨੇ ਉੱਥੇ ਕੀਤਾ ਅੰਡੇਮਾਨ ਨਿਕੋਬਾਰ। 1993 ਦੇ ਵਿੱਚ ਵੈਟੀਕਨ ਨੇ ਜਿਹੜਾ ਕਿ ਪੋਪ ਦਾ ਹੈੱਡਕੁਆਰਟਰ ਹੈ, ਇਜ਼ਰਾਈਲ ਨੂੰ ਮਾਨਤਾ ਦਿੱਤੀ ਔਰ 2006 ਚ ਅੱਜ ਦੇ ਦਿਨ ਸਦਾਮ ਹੁਸੈਨ ਨੂੰ ਜਿਹੜਾ ਬਗਦਾਦ ਦੇ ਵਿੱਚ ਫਾਂਸੀ ਦੇ ਤਖਤੇ ਤੇ ਲਟਕਾਇਆ ਗਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, CBI ਅਦਾਲਤ ਨੇ BJP ਦੇ ਪ੍ਰਧਾਨ ਅਮਿਤ ਸ਼ਾਹ ਨੂੰ ਸਰਾਬੂਦੀਨ ਸ਼ੇਖ ਦੇ ਮਰਡਰ ਕੇਸ 'ਚ ਬਰੀ ਕਰ ਦਿੱਤਾ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ ਜੀ, ਸਈਆਂ ਭੈ ਕੋਤਵਾਲ ਤੋਂ ਅਬ ਡਰ ਕਾਹੇ ਕਾ। ਪਹਿਲਾਂ ਥਾਣੇਦਾਰ ਨੂੰ ਕੋਤਵਾਲ ਕਹਿੰਦੇ ਹੁੰਦੇ ਸੀ, ਅੰਗਰੇਜ਼ਾਂ ਵੇਲੇ ਵੀ ਰਹੀ ਹੈ ਟਰਮੀਨੋਲੋਜੀ ਜੀ, ਕਿ ਹੁਣ ਸਈਆਂ ਵੀ ਨਹੀਂ ਕੋਤਵਾਲ, ਕੋਤਵਾਲ ਤਾਂ ਆਪ ਹੀ ਹੈ, ਹੁਣ BJP ਦਾ ਪ੍ਰੈਜ਼ੀਡੈਂਟ ਹੈ ਅਮਿਤ ਸ਼ਾਹ। ਔਰ ਇਹੀ ਕਾਤਲ ਜਿਹੜਾ 2002 ਚ ਹੋਮ ਮਿਨਿਸਟਰ ਸੀ, ਮੋਦੀ ਦਾ ਯਾਰ ਲੰਗੋਟੀਆ, ਹਜ਼ਾਰਾਂ ਮੁਸਲਮਾਨ ਮਾਰੇ, ਫਿਰ ਇਹ ਬੜਾ ਵੱਡਾ ਖੁਦ ਗੈਂਗਸਟਰ ਹੈ। ਔਰ ਇਹਨੇ ਦੋ ਜਿਹੜੇ ਕਦੇ ਇਹਦੇ ਨਾਲ ਹੀ ਸਾਥੀ ਗੈਂਗਸਟਰ ਰਹੇ ਸੀ, ਉਹਨਾਂ ਦੇ ਵਿੱਚ ਇੱਕ ਜਿਹੜਾ ਹੈ ਸ਼ੇਖ ਸੋਹਰਾਬੂਦੀਨ ਔਰ ਇੱਕ ਤੁਲਸੀ ਰਾਮ ਪ੍ਰਜਾਪਤੀ, ਇੱਕ ਹਿੰਦੂ ਇੱਕ ਮੁਸਲਮਾਨ। ਇਹਨਾਂ ਦੋਨਾਂ ਨੂੰ ਔਰ ਜਿਹੜਾ ਇਹ ਸ਼ਹਾਬੂਦੀਨ ਸੀ ਉਹਦੀ ਤਾਂ ਵਾਈਫ ਨੂੰ ਵੀ ਉਹਦੇ ਨਾਲ ਹੀ ਜਿਹੜਾ ਔਰ ਪੁਲਿਸ ਤੋਂ ਐਨਕਾਊਂਟਰ ਬਣਵਾਇਆ। ਔਰ ਜਦੋਂ ਇਹ ਐਨਕਾਊਂਟਰ ਪੂਰਾ ਇਹ ਹੋਮ ਮਿਨਿਸਟਰ ਸੀ, ਇਹ ਹਦਾਇਤਾਂ ਦੇ ਰਿਹਾ ਸੀ, ਮਿੰਟ ਮਿੰਟ ਦੀ ਇਹ ਰਿਪੋਰਟ ਜਿਹੜਾ ਕਾਲ ਕਰਕੇ ਲੈ ਰਿਹਾ ਸੀ ਕਿ ਹੁਣ ਕਿੱਥੇ ਪਹੁੰਚ ਗਏ, ਕਿੰਨਾ ਕੁ ਹੋ ਗਿਆ, ਕਿੰਨਾ ਕੰਮ ਬਾਕੀ ਰਹਿ ਗਿਆ। ਸੋ ਉਹਦੇ ਤੇ ਬੇਸਡ CBI ਦੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਨੇ ਇਹਦੇ ਤੇ ਕੇਸ ਰਜਿਸਟਰ ਕੀਤਾ ਸੀ। 3 ਮਹੀਨੇ ਜੇਲ੍ਹ 'ਚ ਰਿਹਾ। ਫਿਰ ਉਸੇ ਦੌਰਾਨ ਇਹ
ਪ੍ਰਜਾਪਤੀ ਵਾਲਾ ਕੇਸ ਵੀ ਸਾਹਮਣੇ ਆਇਆ ਔਰ ਹੁਣ ਜਿਹੜੀ ਉਹ ਫ੍ਰੀਕੁਐਂਟ ਟੈਲੀਫੋਨਿਕ ਕਨਵਰਸੇਸ਼ਨਸ ਦੇ ਉੱਤੇ ਹੀ ਇਹ ਸਾਰਾ ਪਾਰਟ ਸੀ। ਤਾਂ ਹੁਣ ਉਹਨਾਂ ਨੇ ਪਹਿਲਾਂ ਤਾਂ ਜਿਹੜਾ ਜੱਜ ਦੀ ਸੁਣਵਾਈ ਕਰ ਰਿਹਾ ਸੀ ਉਹ ਨਾਗਪੁਰ ਗਿਆ ਹੀ ਮਰ ਗਿਆ ਕਿਤੇ, ਉਹਦਾ ਵੀ ਮਰਡਰ ਕੀਤਾ ਉਹਨੇ। ਜਿਹੜਾ RSS ਦਾ ਸਟਾਈਲ ਹੈ ਬਿਲਕੁਲ ਨਾਜ਼ੀਆਂ ਵਾਲਾ ਸਟਾਈਲ ਹੈ ਜੀ ਕਿ ਉਹਦਾ ਉਹਨਾਂ ਨੇ ਮਰਡਰ ਕਰਕੇ ਫਿਰ ਆਪਣੀ ਮਰਜ਼ੀ ਦਾ ਜੱਜ ਲਿਆਂਦਾ ਔਰ ਉਸ ਨੇ ਜਿਹੜਾ ਫੈਸਲਾ ਸੁਣਾਇਆ ਉਹਨੇ ਕਿਹਾ ਜੀ ਨਹੀਂ ਇਹ ਟੈਲੀਫੋਨਿਕ ਕਨਵਰਸੇਸ਼ਨ ਤੇ ਬੇਸ ਥੋੜੀ ਹੋ ਸਕਦਾ ਕੋਈ, ਇਹ ਤਾਂ ਜਿਹੜਾ ਉਹਨੇ ਹੋ ਸਕਦਾ ਵੈਸੀ ਜਾਣਕਾਰੀ ਲੈ ਰਿਹਾ ਹੋਏ। ਹੁਣ ਉਹ ਕੋਰਟ ਰੂਮ ਜਿਹੜਾ ਭਰਿਆ ਹੋਇਆ ਸੀ, ਜਿਹੜਾ ਮਾਰਿਆ ਸੋਹਰਾਬੁਦੀਨ, ਉਹਦਾ ਭਰਾ, ਉਹਦੀ ਬਾਕੀ ਫੈਮਿਲੀ, ਦੂਜੇ ਸਭ ਰੋਂਦੇ ਬਾਹਰ ਨਿਕਲੇ ਨੇ ਕਿ ਅਸੀਂ ਸਮਝਦੇ ਸੀ ਕਿ ਵੀ ਬੇਸ਼ੱਕ ਸਰਕਾਰ ਨੇ ਸਾਡੇ ਨਾਲ ਜ਼ੁਲਮ ਕੀਤਾ ਪਰ ਅਦਾਲਤ ਚੋਂ ਸਾਡੇ ਲਈ ਇਨਸਾਫ ਨਿਕਲੇਗਾ। ਪਰ ਅੱਜ ਉਹ ਅਦਾਲਤਾਂ ਜਿਹੜੀਆਂ ਨਵੰਬਰ 84 ਦੇ ਮਾਮਲੇ 'ਚ 30 ਸਾਲ ਤੋਂ ਉਹਨਾਂ ਅਦਾਲਤਾਂ 'ਚੋਂ ਇਨਸਾਫ ਨਹੀਂ ਨਿਕਲਿਆ ਸਿੱਖਾਂ ਦੇ ਲਈ ਜੀ, 12 ਸਾਲ ਤੋਂ ਗੁਜਰਾਤ ਦੇ ਲੋਕਾਂ ਲਈ ਇਨਸਾਫ ਨਹੀਂ ਨਿਕਲਿਆ। ਸੋ ਪਹਿਲਾਂ ਇਹਦੀ ਬੇਲ ਮਨਜ਼ੂਰ ਕੀਤੀ ਸੁਪਰੀਮ ਕੋਰਟ ਦੇ, ਜਿਹਨੂੰ ਸਪੈਸ਼ਲ ਹੁਣ ਜੱਜ ਲਾਇਆ, ਫਿਰ ਇਹਨੂੰ ਇੱਕ ਕੇਸ 'ਚੋਂ ਬਰੀ ਕੀਤਾ। ਹੁਣ ਇਹ ਜਿਹੜਾ ਹੈ ਬਿਲਕੁਲ 6 ਮਹੀਨੇ ਦੇ ਵਿੱਚ ਸਰਕਾਰ ਬਣਨ ਦੇ ਜਿਸ ਤਰੀਕੇ ਨਾਲ ਇਸ ਨੂੰ ਛੱਡਿਆ ਗਿਆ ਹੈ ਔਰ ਕੇਸ ਖਤਮ ਕੀਤੇ ਗਏ ਨੇ, ਜ਼ਾਹਰ ਹੈ ਕਿ ਇਹ ਪੋਲੀਟੀਕਲ ਡਿਸੀਜਨ ਨੇ। ਇਹਨੂੰ ਕਹਿੰਦੇ ਨੇ ਮਰਡਰ ਆਫ ਜੁਡੀਸ਼ਰੀ ਜੀ, ਔਰ ਇਧਰ ਮਰਡਰ ਆਫ ਜੁਡੀਸ਼ਰੀ ਹੋ ਰਿਹਾ ਔਰ ਨਾਲ ਹੀ ਖਬਰ ਸੀ ਕਿ ਗੁਜਰਾਤ ਦੇ ਵਿੱਚ ਬੜੀ ਸੈਲੀਬ੍ਰੇਸ਼ਨ ਹੋ ਰਹੀ ਹੈ। ਵਰਕਰ ਜਿਹੜੇ ਨੇ ਉਹ ਅਨਾਰ ਛੱਡ ਰਹੇ ਨੇ, ਹਵਾਈਆਂ ਛੱਡ ਰਹੇ ਨੇ, ਆਤਿਸ਼ਬਾਜ਼ੀ ਕਰ ਰਹੇ ਨੇ ਕਿ ਵੀ ਜਿਹੜਾ ਇਹ ਬਰੀ ਹੋ ਗਿਆ। ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਇਤਿਹਾਸ 'ਚ ਇਸ ਕਿਸਮ ਦੇ ਸਮੇਂ ਆਉਂਦੇ ਨੇ, ਜ਼ਾਲਮ ਬੜੇ ਬੜੇ ਆਏ ਨੇ, ਪਰ ਇਹ ਕਿੱਥੋਂ ਤੱਕ ਹੁਣ ਇਹ ਜ਼ੁਲਮ ਦੀ ਕਹਾਣੀ ਜਾਏਗੀ ਔਰ ਜੋ ਸਿਸਟਮ ਜਿਸ ਤਰੀਕੇ ਨਾਲ ਇਹਨਾਂ ਨੇ ਕੰਟਰੋਲ ਕਰ ਲਿਆ ਹਰ ਚੀਜ਼ ਦੇ ਉੱਤੇ ਹੀ। ਜੁਡੀਸ਼ਰੀ ਤੋਂ ਥੋੜੀ ਬਹੁਤ ਆਸ ਸੀ ਕਿ ਵੀ ਚਲੋ ਜੁਡੀਸ਼ਰੀ ਨੂੰ ਕਾਬੂ ਕਰਦੇ ਆ, ਅਜੇ ਟਾਈਮ ਲੱਗੇਗਾ, ਬਾਕੀ ਤਾਂ ਐਗਜ਼ੈਕਟਿਵ ਬ੍ਰਾਂਚ ਜਾਂ ਦੂਜੇ ਤਾਂ ਉਹਨਾਂ ਨੇ ਕਾਬੂ ਇੱਕਦਮ ਕਰ ਹੀ ਲਏ ਸੀ। ਲੇਕਿਨ ਜਿਸ ਤਰੀਕੇ ਨਾਲ ਜੁਡੀਸ਼ਰੀ ਨੇ ਵੀ ਪਿਛਲੇ 6 ਮਹੀਨੇ ਦੇ ਵਿੱਚ ਟੋਟਲ ਜਿਹੜੀ ਜੁਡੀਸ਼ਰੀ ਮਨਮੋਹਨ ਸਿੰਘ ਸਰਕਾਰ ਨੂੰ ਜਿਹਨੇ ਟਿੱਕੇ ਨਹੀਂ ਬੈਣ ਦਿੱਤਾ 10 ਸਾਲ, ਉਸ ਦੇ ਸਾਰੇ ਵਜ਼ੀਰਾਂ ਨੂੰ ਹੁਣ ਜਿਹੜੀ ਹੈ ਉਹ ਬਿਲਕੁਲ ਯੂ ਟਰਨ ਮਾਰ ਕੇ ਔਰ ਜਿਸ ਤਰੀਕੇ ਦੇ ਨਾਲ ਇਹ ਕੰਮ ਲੱਗੇ ਨੇ, ਇੱਕ ਪਾਸੇ ਹਿੰਦੂ ਜਮਾਤਾਂ ਜਿਹੜੀਆਂ ਨੇ ਉਹ ਧਰਮ ਪਰਿਵਰਤਨ ਕਰਨ ਲੱਗੀਆਂ ਹੋਈਆਂ, ਉਹਨੂੰ ਘਰ ਵਾਪਸੀ ਦਾ ਨਾਂ ਦਿੱਤਾ ਜਾ ਰਿਹਾ ਔਰ ਜਦੋਂ ਕੋਈ ਅਪੋਜ਼ ਕਰਦਾ ਕਹਿੰਦਾ ਜੀ ਕਾਨੂੰਨ ਬਣਾ ਦਿਓ ਕਿ ਧਰਮ ਤਬਦੀਲੀ। ਹੁਣ ਕਾਨੂੰਨ ਦਾ ਮਤਲਬ ਇਹ ਹੋਏਗਾ ਕਿ ਕਿਸੇ ਹੋਰ ਧਰਮ 'ਚ ਜਾਣ ਤੇ ਪਾਬੰਦੀ ਹੋਏਗੀ, ਲੇਕਿਨ ਹਿੰਦੂ ਬਣਾਉਣ ਤਾਂ ਨਹੀਂ ਹੋਏਗੀ। ਕਹੇਗਾ ਜੀ ਅਸੀਂ ਧਰਮ ਪਰਿਵਰਤਨ ਥੋੜੀ ਕਰ ਰਹੇ, ਉਹਨਾਂ ਨਾ ਹੀ ਘਰ ਵਾਪਸੀ ਰੱਖੇ। ਔਰ ਸਿੱਖਾਂ ਨੂੰ ਵੀ ਹੁਕਮ ਕਰਨ ਦੇ ਲਈ ਆਲਰੇਡੀ ਅੰਮ੍ਰਿਤਸਰ ਦੇ ਇੱਕ ਇਲਾਕੇ ਦੇ ਵਿੱਚ ਉਹਨਾਂ ਨੇ ਕਿਹਾ ਜੀ ਆ 130 ਈਸਾਈ ਜਿਹੜੇ ਨੇ ਸਿੱਖ ਸੀ, ਬਜਵੀ ਜਿਹੜੇ ਈਸਾਈ ਬਣ ਗਏ ਸੀ, ਅਸੀਂ ਦੇਖੋ ਜੀ ਆ ਗੁਰਦੁਆਰੇ 'ਚ ਸਮਾਗਮ ਕਰਕੇ ਇਹਨਾਂ ਨੂੰ ਅਸੀਂ ਵਾਪਸ ਸਿੱਖ ਧਰਮ 'ਚ ਲਿਆਂਦਾ ਸੀ, ਹਿੰਦੂ ਥੋੜੀ ਬਣਾਇਆ। ਹੁਣ ਇਹਦੇ ਨਾਲ ਉਹ ਸਿੱਖਾਂ ਦਾ ਮੂੰਹ ਵੀ ਬੰਦ ਕਰ ਰਹੇ ਨੇ ਕਿ ਜੀ ਇਹ ਕੱਲ ਨੂੰ ਕਹਿਣ ਨਾ, ਕਿ ਉਹਨਾਂ ਨੂੰ ਪਤਾ ਵੀ ਇੱਥੇ ਹੋਰ ਤਾਂ ਕਿਸੇ ਨੇ ਬੋਲਣਾ ਨਹੀਂ, ਮੁਸਲਮਾਨ ਈਸਾਈ ਡਰਾਏ ਹੋਏ ਨੇ, ਸਿੱਖਾਂ ਨੇ ਆਵਾਜ਼ ਕੱਢਣੀ ਹੈ ਤੇ ਸਿੱਖਾਂ ਦਾ ਮੂੰਹ ਵੀ ਬੰਦ ਕਰਨ ਦੀ ਕੋਸ਼ਿਸ਼ ਹੈ ਕਿ ਜੀ ਇਹ ਦੇਖੋ ਅਸੀਂ ਘਰ ਵਾਪਸੀ ਸਿੱਖ ਧਰਮ 'ਚ ਕਰਾਈ ਹੈ। ਸੋ ਮੈਨੂੰ ਇਹ ਹੈਰਾਨੀ ਨਹੀਂ ਹੋਈ ਅਮਿਤ ਸ਼ਾਹ ਨੂੰ ਕਿ ਵੀ ਉਹਨਾਂ ਨੇ ਆਫ ਦਾ ਹੁੱਕ ਕੀਤਾ, ਪਰ ਇਸ ਗੱਲ ਦਾ ਅਫਸੋਸ ਜ਼ਰੂਰ ਹੋਇਆ ਕਿ ਇੰਨੀ ਤੇਜ਼ੀ ਦੇ ਨਾਲ 6 ਮਹੀਨੇ ਦੇ ਵਿੱਚ ਜੁਡੀਸ਼ਰੀ ਜਿਹੜੀ ਹੈ ਉਹਨੇ ਵੀ ਆਪਣਾ ਭੋਗ ਪਾ ਲਿਆ। ਜੀ ਡਾਕਟਰ ਸਾਹਿਬ, ਬਿਲਕੁਲ। ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਰਾਮਦਾਸ ਜੀ ਦੇ ਸ਼ਲੋਕ ਨੰਬਰ 28 ਨੂੰ 12 ਤੋਂ ਵਧੇਕ ਚੋਂ ਚੁਣਿਆ ਜੀ। ਤੇ ਸ਼ਲੋਕ ਹੈ, ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਜਿਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਏ, ਕਰ ਚਾਨਣ ਮਗ ਦਿਖਾਇਆ, ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਹੇ ਨ ਸਕੈ, ਸੱਚੈ ਨਾਮ ਸਮਾਇਆ, ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਏ ਲਾਇਆ, ਜਨ ਨਾਨਕ ਨਾਉ ਲੈ ਤਾਂ ਜੀਵੈ, ਬਿਨ ਨਾਵੈ ਖਿਨ ਮਰ ਜਾਏ। ਜੀ। ਸੋ ਇਸ ਦਾ ਭਾਵ ਇਹੀ ਹੈ ਕਿ ਸੱਚੇ ਸਤਿਗੁਰੂ ਨੇ ਮੈਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾਇਆ ਔਰ ਉਸ ਨਾਮ ਦੇ ਦ੍ਰਿੜ ਹੋਣ ਨੇ ਮੇਰੇ ਅੰਦਰੋਂ ਭਰਮ, ਸ਼ੰਕਾ, ਦੁਬਿਧਾ ਦੂਰ ਕਰ ਦਿੱਤੀ ਹੈ। ਰਾਮ ਨਾਮ ਦੀ ਜਦੋਂ ਅਸੀਂ ਵਾਹਿਗੁਰੂ ਦੇ ਨਾਮ ਦੀ ਕੀਰਤ ਕਰਦੇ ਹਾਂ ਤੇ ਉਹ ਇੱਕ ਚਾਨਣ ਹੈ ਜਿਹੜਾ ਸਾਡੀ ਜ਼ਿੰਦਗੀ ਨੂੰ ਰਸਤਾ ਦਿਖਾਉਂਦਾ ਹੈ, ਦੁਬਿਧਾ ਚੋਂ ਕੱਢਦਾ ਹੈ ਔਰ ਅਸੀਂ ਸਿੱਧੇ ਰਸਤੇ ਤੇ ਚੱਲਦੇ ਹਾਂ। ਅੰਦਰੋਂ ਸਾਡੇ ਹਉਮੈ ਮਰ ਜਾਂਦੀ ਹੈ, ਇੱਕ ਨਿਰੰਕਾਰ ਦੇ ਨਾਲ ਸਾਡੀ ਲਿਵ ਲੱਗਦੀ ਹੈ, ਉਹ ਹਮੇਸ਼ਾ ਸਾਡੇ ਅੰਦਰ ਵਾਹਿਗੁਰੂ ਦਾ ਨਾਮ ਵਸਦਾ ਹੈ। ਤੇ ਜਦੋਂ ਗੁਰੂ ਦੀ ਮੱਤ ਲੈ ਕੇ ਉਸ ਨਾਮ ਦਾ ਅਸੀਂ ਸਹਾਰਾ ਤੱਕਦੇ ਹਾਂ
ਤੇ ਫਿਰ ਜਮ ਮੌਤ ਦਾ ਡਰ ਸਾਨੂੰ ਡਰਾ ਨਹੀਂ ਸਕਦਾ। ਅਸੀਂ ਸੱਚੇ ਨਾਮ ਦੇ ਵਿੱਚ ਸਾਡਾ ਦਿਨ ਰਾਤ ਹਰ ਪਲ ਗੁਜ਼ਰਦਾ ਹੈ। ਫਿਰ ਜੋ ਕੁਝ ਵੀ ਸਾਡੇ ਜੀਵਨ ਦੇ ਵਿੱਚ ਵਾਪਰ ਰਿਹਾ ਹੁੰਦਾ ਹੈ ਸਭ ਆਪੇ ਆਪ ਵਰਤਿਆ ਕਰਤਾ ਹੈ। ਸਾਨੂੰ ਇਹ ਨਜ਼ਰ ਆਉਂਦਾ ਕਿ ਇਹ ਸਭ ਨਿਰੰਕਾਰ ਦੀ ਖੇਡ ਹੈ, ਉਸ ਦੇ ਭਾਣੇ 'ਚ ਵਰਤ ਰਿਹਾ। ਜੋ ਭਾਵ ਹੈ ਸੋ ਨਾਏ ਲਾਇਆ। ਈਵਨ ਜੇ ਅਸੀਂ ਉਸ ਦੀ ਯਾਦ ਦੇ ਵਿੱਚ ਵੀ ਆਪਣਾ ਆਪ ਜਿਹੜਾ ਉਹ ਅਰਪਣ ਕਰਦੇ ਹਾਂ, ਇਹ ਵੀ ਉਸ ਦੀ ਬਖਸ਼ਿਸ਼ ਦੇ ਨਾਲ ਹੈ। ਜਨ ਨਾਨਕ ਨਾਉ ਲਏ ਤਾਂ ਜੀਵੇ। ਫਿਰ ਉਹ ਹਾਲਤ ਬਣ ਜਾਂਦੀ ਹੈ ਕਿ ਆਖਾਂ ਜੀਵਾਂ ਵਿਰਸਰੈ ਮਰ ਜਾਉ। ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਉਤ ਭੂਖੈ ਖਾਏ ਚਲੀਐ ਦੁਖ, ਸੋ ਕਿਉ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੇ ਨਾਏ। ਜਨ ਨਾਨਕ ਨਾਉ ਲਏ ਤਾਂ ਜੀਵੇ। ਜੇ ਉਹ ਨਾਂ ਲੈਂਦੇ ਆ ਅਸੀਂ, ਫੇਰ ਹੀ ਅਸੀਂ ਜਿਉਂਦੇ ਹਾਂ। ਬਿਨ ਨਾਵੇਂ ਖਿਨ ਮਰ ਜਾਇਆ। ਜਦੋਂ ਇੱਕ ਪਲ ਲਈ ਵੀ ਨਾਮ ਵਿਸਰਦਾ ਹੈ, ਉਹ ਸਮਝੋ ਸਾਡੀ ਮੌਤ ਦੀ ਘੜੀ ਹੈ, ਔਰ ਉਸ ਦਾ ਯਾਦ ਰਹਿਣਾ ਸਾਡੇ ਲਈ ਜੀਵਨ ਹੈ। ਇਹ ਅੱਜ ਦੇ ਦਿਨ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।